स्वागत है जी एक बार फिर आप सब ਦਾ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਐਮਫਸਾਈਜ਼ ਕੀਤਾ ਕਿ ਕਮਾਈ ਕਿੱਥੋਂ ਆ ਰਹੀ ਹੈ, ਉਸ ਚੀਜ਼ ਉੱਤੇ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਸੀ। ਇਹ ਨਹੀਂ ਕਿ ਕਿੰਨੀ ਦਸਵੰਧ ਤੁਸੀਂ ਕੱਢ ਰਹੇ ਹੋ, ਮਕਸਦ ਇਹ ਸੀ ਕਿ ਭਾਵੇਂ ਇੱਕ ਆਨਾ ਵੀ ਹੋਵੇ ਜਾਂ ਇੱਕ ਰੁਪਿਆ ਹੋਵੇ, ਉਹ ਤੁਹਾਡੀ ਨੇਕ ਕਮਾਈ ਚੋਂ ਆਇਆ ਜਾਂ ਫਿਰ ਤੁਸੀਂ ਕੋਈ ਹੇਰਾਫੇਰੀ ਕੀਤੀ ਹੈ। ਸੋ ਇਸ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਅੱਜ ਜੋ ਅਸੀਂ ਦੇਖ ਰਹੇ ਹਾਂ ਕਿ ਅਸੀਂ ਇਸ ਪਾਸਿਓਂ ਥੋੜ੍ਹਾ ਜਿਹਾ ਪਿੱਛੇ ਹਟ ਗਏ ਕਿ ਕਮਾਈ ਜਿੱਧਰੋਂ ਮਰਜ਼ੀ ਆਵੇ, ਕਿਸੇ ਦਾ ਕੋਈ ਕਿਸੇ ਨਾਲ ਫਰਾਡ ਕਰ ਰਿਹਾ ਹੈ ਜਾਂ ਕਿਸੇ ਨਾਲ ਘਪਲਾ ਕਰ ਰਿਹਾ, ਉਸ ਦਾ ਉੱਤੇ ਐਮਫਸਾਈਜ਼ ਨਹੀਂ ਕੀਤਾ ਜਾਂਦਾ, ਲੇਕਿਨ ਇਹ ਦੇਖਿਆ ਜਾਂਦਾ ਹੈ ਕਿ ਕਿੰਨੀ ਮਾਇਆ ਅੱਗੇ ਦਿੱਤੀ ਜਾ ਰਹੀ ਹੈ। ਪਰ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲੇ ਹਿੱਸੇ ਵਿੱਚ ਇਹ ਗੱਲਬਾਤ ਕੀਤੀ, ਹੁਣ ਇਹ ਕਮਾਈ ਕਿੱਥੇ ਵਰਤਣੀ ਚਾਹੀਦੀ ਹੈ। ਅੱਜ ਮਾਇਕ ਤੌਰ ਦੇ ਉੱਤੇ ਤਾਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਅਸੀਂ ਗੁਰਦੁਆਰੇ ਨੂੰ ਵੱਡਾ ਬਣਾ ਲਿਆ, ਉੱਤੇ ਵੱਧ ਤੋਂ ਵੱਧ ਚੀਜ਼ਾਂ ਲਾਤੀਆਂ, ਬਿਹਤਰ ਤੋਂ ਬਿਹਤਰ ਚੀਜ਼ਾਂ, ਪਰ ਕੀ ਜੋ ਮਕਸਦ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਪੂਰਾ ਹੋ ਰਿਹਾ ਹੈ। ਆਓ ਇਸ ਸੰਬੰਧ ਵਿੱਚ ਜਾਣਕਾਰੀ ਲਈਏ ਭਾਈ ਸਾਹਿਬ ਤੋਂ, ਜਿਹੜੇ ਕਿ ਦੁਨੀਆ ਭਰ ਵਿੱਚ ਜਾਂਦੇ ਨੇ, ਉੱਥੇ ਲੋਕਾਂ ਨੂੰ ਮਿਲਦੇ ਨੇ, ਇਹ ਕੀ ਦੇਖ ਰਹੇ ਨੇ, ਹਰ ਪਾਸੇ ਕੀ ਹੋ ਰਿਹਾ ਜੀ ਭਾਈ ਸਾਹਿਬ। ਅਸਲ ਵਿੱਚ ਪੈਸਾ ਪਹਿਲੇ ਜਦ ਪੈਸਾ ਆ ਕਿੱਥੋਂ ਰਿਹਾ ਹੈ ਜੀ, ਮੇਨ ਮੁੱਦਾ ਹੈ ਕਿ ਪੈਸਾ ਜਾ ਕਿੱਥੇ ਰਿਹਾ ਹੈ। ਰਾਈਟ। ਇਸ ਲਈ ਸਾਨੂੰ ਬੇਸਿਕਲੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਏਗਾ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜੀ। ਗਰਜ਼ ਕੇ ਧਰਮ ਦੇ ਨਾਂ ਤੇ ਆਇਆ ਪੈਸਾ ਲੋੜਵੰਦਾਂ ਤੱਕ ਪਹੁੰਚਣਾ, ਜੀ, ਅਸਲੀ ਲੋੜਵੰਦਾਂ ਤੱਕ ਪਹੁੰਚਣਾ। ਠੀਕ। ਜਦੋਂ ਤੱਕ ਹੁੰਦਾ ਨਹੀਂ, ਹੁਣ ਇੱਥੇ ਦੇ ਗੁਰਦੁਆਰੇ ਇੱਥੇ ਜਿੰਨਾ ਵੀ ਆ ਰਿਹਾ ਹੈ ਪੈਸਾ ਗੁਰਦੁਆਰੇ ਡਿਵੈਲਪਮੈਂਟ ਲਈ ਲੱਗ ਰਿਹਾ ਹੈ ਜੀ, ਜਾਂ ਵਕੀਲਾਂ ਕੋਲ ਜਾ ਰਿਹਾ ਹੈ। ਠੀਕ। ਹੈਰਾਨੀ ਹੁੰਦੀ ਹੈ ਕਿ ਕਿਸੇ ਵੀ ਲੋੜਵੰਦ ਨੂੰ ਤੇ 10 ਰੁਪਏ ਨਹੀਂ ਦਿੱਤੇ ਜਾਂਦੇ ਜੀ, ਤੇ ਵਕੀਲ ਨੂੰ ਇਹ ਲੱਖਾਂ ਦੇ ਡਾਲਰ ਦੇ ਦਿੰਦੇ ਨੇ। ਕਿਉਂਕਿ ਵੇਖਣ ਨੂੰ ਤਾਂ ਲੱਗਦਾ ਹੈ ਵੀ ਧਰਮ ਦੇ ਖਾਤਰ ਲਾ ਰਿਹਾ ਹੈ, ਇਹ ਧਰਮ ਦੇ ਖਾਤਰ 'ਚ ਨਹੀਂ ਲੱਗਦਾ ਜੀ। ਚਾਹੀਦਾ ਤਾਂ ਇਹ ਹੈ ਕਿ ਲੋੜਵੰਦ ਤੱਕ, ਲੋੜਵੰਦ ਕਿਸੇ ਆਦਮੀ ਗਰੀਬੀ ਤੇ ਹੰਢਾ ਰਿਹਾ ਹੈ, ਲੋੜਵੰਦ ਕਿਸੇ ਦਾ ਬੱਚਾ ਸਕੂਲ ਨਹੀਂ ਜਾ ਰਿਹਾ ਪੈਸੇ ਕੋਲੋਂ, ਲੋੜਵੰਦ ਕਿਸੇ ਹਸਪਤਾਲ ਤੋਂ ਇਲਾਜ ਨਹੀਂ ਕਰਵਾ ਸਕਦਾ, ਲੋੜਵੰਦ ਕਿਸੇ ਦੀ ਬੇਟੀ ਦੀ ਸ਼ਾਦੀ ਨਹੀਂ ਹੋ ਸਕਦੀ, ਲੋੜਵੰਦ ਜੀ। ਐਂਡ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕਰਿਓ, ਇੱਥੇ ਵੀ ਬਹੁਤ ਸਾਰੇ ਆਪਣੇ ਐਸੇ ਭੈਣ ਭਰਾ ਹੈਗੇ ਨੇ ਜਿਹੜੇ ਕਿ ਉਹ ਭਾਰਤ ਤੋਂ ਇੱਥੇ ਆਉਂਦੇ ਨੇ, ਲੇਕਿਨ ਕਈਆਂ ਕੋਲ ਕੰਮ ਨਹੀਂ ਜਾਂ ਕਈ ਐਸੇ ਕੰਮ ਕਰ ਰਹੇ ਨੇ ਜਿਹਦੇ ਨਾਲ ਗੁਜ਼ਾਰਾ ਨਹੀਂ ਹੋ ਰਿਹਾ। ਹਾਂਜੀ ਹਾਂਜੀ। ਨਾ ਖਾਸ ਤੌਰ 'ਤੇ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ, ਕਿਉਂਕਿ ਉੱਥੋਂ ਦੇ ਐਜੂਕੇਸ਼ਨ ਜਿਹੜੀ ਉਹਨੂੰ ਇੱਥੇ ਮੰਨਦੇ ਨਹੀਂ ਹੈਗੇ। ਹੁਣ ਉਸ ਵਿਅਕਤੀ ਵਾਸਤੇ ਜਿਸ ਤਰ੍ਹਾਂ ਅਸੀਂ ਹਸਪਤਾਲਾਂ ਦੀ ਗੱਲ ਕੀਤੀ ਤੁਸੀਂ, ਕਿ ਇੱਥੇ ਜੇਕਰ ਸਾਡੇ ਕੋਲ ਇੰਨੇ ਰਿਸੋਰਸਿਸ ਹੈਗੇ ਨੇ, ਜੇਕਰ ਕੋਈ ਅਸੀਂ ਐਸੀ ਇੰਸਟੀਟਿਊਸ਼ਨ ਕਾਇਮ ਕਰ ਲਈਏ ਜਿੱਥੇ ਕਿ ਉਹ ਵਿਅਕਤੀ ਚਲੋ ਐਜ਼ ਡਾਕਟਰਸ ਨਾ ਕੰਮ ਕਰਨ, ਪਰ ਉੱਥੋਂ ਜੇ ਡਾਕਟਰ ਆਏ ਨੇ ਇੱਥੇ ਐਟਲੀਸਟ ਉਹਨਾਂ ਦੇ ਕੋਲ ਕੁਛ ਨਾ ਕੁਛ ਨੌਲੇਜ ਤਾਂ ਹੋਏਗੀ ਕਿ ਜਦੋਂ ਪੇਸ਼ੈਂਟ ਆਉਂਦਾ ਹੈ, ਤੇ ਅੱਜ ਅਸੀਂ ਸੁਣਿਆ ਕਿ ਹਸਪਤਾਲ ਜਾ ਕੇ 6-6 7-7 ਘੰਟੇ ਐਮਰਜੈਂਸੀ ਡਿਪਾਰਟਮੈਂਟ ਵਿੱਚ ਵੇਟ ਕਰਨਾ ਪੈਂਦਾ ਹੈ। ਚਲੋ ਆਪਣਾ ਕੋਈ ਸੰਸਥਾ ਹੋਵੇ, ਉੱਥੇ ਆ ਕੇ ਬੰਦਾ ਚੈੱਕ ਤਾਂ ਕਰ ਲੇਗਾ, ਉਸ ਨੂੰ ਕੋਈ ਸਹੀ ਐਡਵਾਈਸ ਤਾਂ ਕਰ ਸਕਦਾ ਹੈ। ਇਹੋ ਜਿਹੀਆਂ ਚੀਜ਼ਾਂ ਤੋਂ ਵੀ ਅਸੀਂ ਪਿੱਛੇ ਹਟ ਰਹੇ ਹਾਂ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦਸਵੰਧ ਸਿਰਫ ਇਹੀ ਨਹੀਂ ਕਿ ਸਿਰਫ ਪੈਸੇ ਕੱਢ ਕੇ ਤੇ ਗੁਰਦੁਆਰੇ ਨੂੰ ਦੇ ਦਿੱਤੇ ਤੇ ਉਸ ਤੋਂ ਬਾਅਦ ਭੁੱਲ ਗਏ, ਕੁਝ ਨਾ ਕੁਝ ਜਾਂ ਤਾਂ ਉਹਨਾਂ ਨੂੰ ਗੁਰਦੁਆਰੇ ਨੂੰ ਅਕਾਊਂਟੇਬਲ ਬਣਾਈਏ ਕਿ ਕੁਝ ਤੁਸੀਂ ਐਸਾ ਕਰੋ ਜਿਸ ਨਾਲ ਸਮਾਜ ਦਾ ਭਲਾ ਹੋਵੇ। ਜੀ ਜੀ, ਜਿਵੇਂ ਤੁਸੀਂ ਕੀਤਾ ਹੈ ਕਿ ਇਹ ਆਪਣਾ ਛੋਟੇ ਜਿਹੇ ਹਸਪਤਾਲ ਹੋਣ, ਕਲੀਨਿਕਸ ਹੋਣ, ਬਹੁਤ ਲਾਰਜ ਸਕੇਲ ਤੇ ਨਾ ਹੋਣ, ਰਾਈਟ, ਵੀ ਮੁੱਢਲੀ ਤੌਰ ਤੇ ਮੁੱਢਲੀ ਸਹਾਇਤਾ ਜਿਹੜੀ ਹੈ ਮੈਡੀਕਲ ਤੌਰ ਤੇ ਮਿਲ ਸਕੇ ਜੀ ਹਰ ਆਦਮੀ ਨੂੰ। ਇਹ ਗੁਰੂ ਤੇ ਇਹਦਾ ਸਾਡੇ ਕੋਲ ਆਧਾਰ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਕੋੜਿਆਂ ਦੇ ਇਲਾਜ ਲਈ ਸਥਾਨ ਬਣਾਏ, ਸਤਿਗੁਰੂ ਸੱਤਮ ਪਾਤਸ਼ਾਹ ਜੀ ਨੇ ਕੀਰਤਪੁਰ ਪਰ ਸਪੈਸ਼ਲ ਇੱਕ ਦਵਾਖਾਨਾ ਬਣਾਇਆ ਸੀ ਜਿਹਦੇ ਵਿੱਚੋਂ ਆਮ ਬੰਦੇ ਨੂੰ ਦਵਾਈ ਮਿਲ ਸਕਦੀ ਸੀ ਜੀ, ਇਲਾਜ ਹੁੰਦਾ ਸੀ। ਅਸਲ ਵਿੱਚ ਗੁਰਦੁਆਰੇ ਸਨ ਕੇਂਦਰ ਗਿਆਨ ਦਾ, ਗੁਰਦੁਆਰੇ ਸਨ ਕੇਂਦਰ ਇਸ ਚੀਜ਼ ਦਾ ਕਿ ਇੱਥੇ ਲੋੜਵੰਦ ਦੀ ਸਹਾਇਤਾ ਹੋ ਸਕੇ। ਲੋੜ ਸਹਾਇਤਾ ਦੇ ਵਿੱਚ ਉਸ ਦੀ ਮਾਇਕ ਸਹਾਇਤਾ, ਉਸ ਦੀ ਰੋਟੀ ਦੀ ਸਹਾਇਤਾ, ਉਸ ਨੂੰ ਦਵਾਈ ਦੀ ਸਹਾਇਤਾ ਵੀ। ਸਾਡੇ ਕੋਲੋਂ ਇਹ ਪੱਖ ਮਾਈਨਸ ਹੋ ਗਿਆ, ਸਾਡੇ ਕੋਲ ਪੱਖ ਸ਼ਾਮਲ ਹੋ ਗਿਆ ਵਿਖਾਵੇ ਦਾ। ਸਾਡਾ ਗੁਰਦੁਆਰਾ ਕਿਤਨਾ ਵੱਡਾ ਹੈ, ਸਾਡੀ ਸੰਗਤ ਕਿਤਨੀ ਆਉਂਦੀ ਹੈ, ਤੇ ਦਸ ਪੁੱਛਦਾ ਇਹਦਾ ਧਰਮੀ ਕਿਤਨੇ ਹੈ ਜੀ। ਬਿਲਕੁਲ, ਸੰਗਤ ਕਿਤਨੀ ਨਹੀਂ, ਇਹਨਾਂ ਵਿੱਚੋਂ ਧਰਮੀ ਕਿਤਨੇ ਨੇ। ਕਹਿਣਗੇ ਜੀ ਚਲੋ ਆਉਂਦੇ ਤੇ ਹੈ ਹੀ ਆ ਨਾ, ਗਰਜ ਕੇ ਸਾਨੂੰ ਪੈਸੇ ਤੇ ਚੜਾਉਂਦੇ ਹੀ ਆ ਨਾ ਜੀ। ਉਹ ਗੋਲਕ, ਹੁਣ ਇਹ ਪੈਸਿਆਈ ਗੋਲਕ ਇਵੇਂ ਹੀ ਹਿੰਦੁਸਤਾਨ ਵਿੱਚ ਵੀ, ਕੋਈ ਇਹ ਨਹੀਂ ਕਿ ਇੱਥੇ ਹੈ, ਹਿੰਦੁਸਤਾਨ ਵਿੱਚ ਵੀ ਜਿਤਨਾ ਇਹ ਦਸਵੰਧ ਦਾ ਜਿਹੜਾ ਆ ਕੁਵਰਤੋਂ ਦੁਰਵਰਤੋਂ ਹਿੰਦੁਸਤਾਨ ਵਿੱਚ ਹੋ ਰਹੀ ਹੈ, ਖਾਸ ਤੌਰ ਤੇ ਪੰਜਾਬ ਵਿੱਚ ਕਿਤੇ ਨਹੀਂ ਹੋ ਰਹੀ। ਗੁਰਦੁਆਰਿਆਂ ਵਿੱਚ ਪੈਸੇ ਚੜ੍ਹਦੇ ਨੇ, ਉਹ ਗੁਰਦੁਆਰੇ ਦਾ ਪੈਸਾ ਕਿਸੇ ਗਰੀਬ ਤੱਕ ਨਹੀਂ ਪਹੁੰਚਦਾ ਜੀ। ਉਹ ਪਹੁੰਚਦਾ ਹੈ ਜਿਹੜੇ ਇਲੈਕਸ਼ਨ ਲੜ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਦੇ ਨੇ, ਉਹਨਾਂ ਕੋਲ ਪਹੁੰਚਦਾ ਹੈ। ਜੇ ਉਹ ਉਹਨਾਂ ਕੋਲ ਪਹੁੰਚਦਾ ਹੈ ਜਿਹੜੇ ਉੱਥੇ ਆਪਣੇ ਆਪ ਨੂੰ ਸੁਪਰ ਕੁਰਸੀਆਂ ਤੇ ਧਰਮ ਦੀ ਦੁਨੀਆ 'ਚ ਬੈਠਦੇ ਨੇ, ਉਹਨਾਂ ਤੱਕ ਪਹੁੰਚਦਾ ਹੈ। ਆਮ ਮਨੁੱਖ ਨੂੰ ਤੇ ਉਹ ਪੈਸਾ ਪਹੁੰਚਦਾ ਹੀ ਨਹੀਂ ਨਾ ਜੀ। ਠੀਕ। ਈਵਨ ਸ਼੍ਰੋਮਣੀ ਕਮੇਟੀ ਦਾ ਜਿਹੜਾ ਦੰਦਾਂ ਦਾ ਹਸਪਤਾਲ ਹੈ ਬਣਾਇਆ, ਮੈਡੀਕਲ ਕਾਲਜ ਬਣਾਇਆ ਦੰਦਾਂ ਦਾ, ਉੱਥੇ ਸਿਫਾਰਿਸ਼ਾਂ ਚੱਲਦੀਆਂ ਨੇ, ਉੱਥੇ ਆਮ ਬੰਦੇ ਨੂੰ ਦਾਖਲਾ ਹੀ ਨਹੀਂ ਜੀ ਮਿਲਦਾ। ਹੈਰਾਨੀ ਦੀ ਗੱਲ ਹੈ ਕਿ ਗੁਰੂ ਦੇ ਨਾਂ ਤੇ ਬਣਿਆ ਹੋਇਆ ਹਸਪਤਾਲ,
ਤੇ ਉਹ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਚੱਲ ਰਿਹਾ। ਰਾਈਟ, ਪਰ ਹੁਣ ਗੱਲ ਤਾਂ ਇਹ ਆਂਦੀ ਕਿ ਗੁਰੂ ਸਾਹਿਬ ਨੇ ਸਾਨੂੰ ਬੜਾ ਸਪਸ਼ਟ ਤੌਰ ਤੇ ਗੱਲ ਕੀਤੀ ਕਿ ਵਿਵੇਕ ਬੁੱਧੀ ਦੀ ਵਰਤੋਂ ਕਰੋ, ਅਕਲੇ ਸਾਹਿਬ ਸੇਵੀ ਅਕਲੀ ਕੀਚੇ ਦਾਨ ਦਾ ਇੱਕ ਕਨਸੈਪਟ ਸਾਨੂੰ ਦਿੱਤਾ। ਵੈਸੇ ਤਾਂ ਅਸੀਂ ਕੋਈ ਹੋਰ ਕੰਮ ਕਰਨਾ ਹੋਏ ਤਾਂ ਉਹਦੇ ਵਿੱਚ ਤਾਂ ਅਸੀਂ ਆਪਣੀ ਅਕਲ ਨੂੰ ਅੱਗੇ ਲੈਣੇ ਤੇ ਸਮਝਦੇ ਸਾਡੇ ਤੋਂ ਸਿਆਣਾ ਕੋਈ ਨਹੀਂ, ਪਰ ਧਰਮ ਦੀ ਦੁਨੀਆ ਵਿੱਚ ਜਦੋਂ ਦਸਵੰਧ ਦੀ ਗੱਲ ਕਰਦੇ ਹਾਂ ਤਾਂ ਅੱਜ ਅਸੀਂ ਕਿਉਂ ਇਹ ਸਮਝ ਲਿਆ ਕਿ ਸਿਰਫ ਗੁਰਦੁਆਰੇ ਵਿੱਚ ਹੀ ਜੋ ਕੁਝ ਅਸੀਂ ਦੇ ਦਿੱਤਾ ਉਹ ਸਾਡੀ ਦਸਵੰਧ ਨਿਕਲ ਗਈ। ਅਤੇ ਦੂਸਰੀ ਗੱਲ, ਅਸੀਂ ਅਕਾਊਂਟੇਬਲ ਉਹਨਾਂ ਨੂੰ ਨਹੀਂ ਬਣਾਉਂਦੇ। ਜੇ ਅੱਜ ਜੋ ਮਾਇਆ ਜਾ ਰਹੀ ਹੈ, ਜੇ ਉਸ ਵਿੱਚੋਂ ਬਹੁਤਾਤ ਵਕੀਲਾਂ ਦੇ ਰਾਹੀਂ ਅਸੀਂ ਕੇਸਿਸ ਦੇ ਉੱਤੇ ਲੱਗ ਰਹੇ ਹਾਂ, ਜਾਂ ਪੰਜਾਬ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ, ਉਹਦੇ ਵਿੱਚ ਡਰੱਗਸ ਦਿੱਤੇ ਜਾ ਰਹੇ ਨੇ, ਹੋ ਰਹੀ ਇਲੈਕਸ਼ਨ SGPC ਦੀ, ਤੇ ਇਹ ਸਾਰਾ ਕੁਝ ਚੱਲ ਰਿਹਾ। ਸੋ ਕਿਉਂ ਨਹੀਂ ਇੱਥੇ ਅਸੀਂ ਆਪਣੀ ਉਸ ਅਕਲ ਦਾ ਇਸਤੇਮਾਲ ਕਰਦੇ ਤੇ ਕਿਉਂ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਅਕਾਊਂਟੇਬਲ ਬਣਾਉਂਦੇ? ਤੁਸੀਂ ਸ਼ਬਦ ਹੈ ਵਿਵੇਕ ਬੁੱਧੀ ਜੀ, ਬੁੱਧੀ ਤੇ ਵਿਵੇਕ ਬੁੱਧੀ। ਬੁੱਧੀ ਆਮ ਮਨੁੱਖ ਦੀ ਆਪਣੀ ਅਕਲ ਦੇ ਤਾਣ ਤੇ, ਵਿਵੇਕ ਬੁੱਧੀ ਗੁਰੂ ਦੀ ਅਕਲ ਦੇ ਤਾਣ ਤੇ। ਸਾਡੇ ਕੋਲ ਤਾਂ ਵਿਵੇਕ ਬੁੱਧੀ ਹੈ ਨਹੀਂ ਜੀ। ਠੀਕ, ਵਿਵੇਕ ਬੁੱਧੀ ਹੋਏਗੀ ਤੇ ਵਰਤਾਂਗੇ ਨਾ ਜੀ। ਤੇ ਵਿਵੇਕ ਬੁੱਧੀ ਪੈਦਾ ਕਰਨ ਲਈ ਜ਼ਰੂਰ ਚਾਹੀਦਾ ਹੈ, ਉਸ ਲਈ ਮਨੁੱਖ ਆਪ ਧਰਮੀ ਹੋਵੇ। ਧਰਮੀ ਮਨੁੱਖ ਹੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੇਗਾ। ਰਾਈਟ, ਸਤਿਗੁਰ ਸਾਡੇ ਕੋਲ ਸੰਕਲਪ ਆ ਰਾਜ ਤੇ ਰਾਜਨੀਤੀ ਧਰਮ ਦਾ ਜੀ। ਅਸੀਂ ਇਹ ਰੌਲਾ ਪਾਉਂਦੇ ਇਕੱਠਾ ਜੀ। ਅਸਲ ਵਿੱਚ ਅਸੀਂ ਰਾਜਨੀਤੀ ਧਰਮ ਦੀ ਅਧੀਨਗੀ ਵਿੱਚ ਚੱਲੇ। ਬਿਲਕੁਲ, ਲੇਕਿਨ ਅੱਜ ਉਲਟਾ ਹੋ ਗਿਆ। ਰਾਜਾ ਧਰਮੀ ਰਹੇ, ਉਹ ਅਨਿਆਂ ਨਾ ਕਰੇ, ਉਹ ਗਰੀਬਾਂ ਤੱਕ ਉਸ ਦੀ ਪਹੁੰਚ ਰਹੇ, ਕੋਈ ਉਸ ਦੇ ਰਾਜ ਭੁੱਖਾ ਨਾ ਸੋਵੇ, ਕਿਸੇ ਦੀ ਬੇਪਤੀ ਨਾ ਹੋਵੇ, ਕਿਸੇ ਇੱਜ਼ਤ ਨੂੰ ਖਤਰਾ, ਇਸਤਰੀ ਨੂੰ ਖਤਰਾ ਹੋਵੇ, ਕੋਈ ਨਸ਼ੇ ਵਾਲਾ ਨਾ ਹੋਵੇ, ਕੋਈ ਕੁਝ ਨਾ ਹੋਵੇ। ਲੇਕਿਨ ਸਾਰਾ ਕੁਝ ਹੈ ਕਿਉਂਕਿ ਰਾਜਾ ਹੀ ਧਰਮੀ ਨਹੀਂ ਹੈ, ਉਹ ਰਾਜਨੀਤਿਕ ਹੈ। ਤੇ ਉਲਟੀ ਤਰਾਸਦੀ ਇਹ ਕਿ ਧਰਮ ਨੂੰ ਰਾਜਨੀਤੀ ਲਈ ਵਰਤ ਲਿਆ। ਜੇ ਧਰਮ ਨੂੰ ਰਾਜਨੀਤੀ ਲਈ ਵਰਤਿਆ, ਧਰਮ ਦੇ ਰਾਜਨੀਤੀ ਜਿਹੜੀ ਅਪਰਾਧੀਕਰਨ, ਇਸ ਤਰ੍ਹਾਂ ਧਰਮ ਦਾ ਅਪਰਾਧੀਕਰਨ, ਇਹ ਧਰਮ ਦਾ ਅਪਰਾਧੀਕਰਨ ਹੀ ਹੈ ਕਿ ਇਹ ਜੋ ਦਸਵੰਧ ਦੀ ਰਕਮ ਗੁਰਦੁਆਰਿਆਂ ਵਿੱਚ ਆਉਂਦੀ ਹੈ ਜੀ, ਇਹਦੀ ਦੁਰਵਰਤੋਂ ਹੋ ਰਹੀ, ਇਸ ਦੀ ਦੁਰਵਰਤੋਂ ਹੋ ਰਹੀ। ਪਰ ਇਹਦੇ ਵਿੱਚ ਸ਼ਮਸ਼ੇਰ ਸਿੰਘ ਜੀ ਫਰਜ਼ ਤਾਂ ਸੀ ਕਿ ਜਿੱਥੇ ਪ੍ਰਬੰਧਕ ਫੇਲ ਹੋਏ, ਲੋਕ ਵੀ ਅੱਖਾਂ ਮੀਟ ਕੇ ਦਸਵੰਧ ਕੱਢ ਕੇ ਇਹ ਜਾਣਦੇ ਹੋਏ ਕਿ ਉਹਨਾਂ ਦੇ ਪੈਸੇ ਦੀ ਸਹੀ ਵਰਤੋਂ ਨਹੀਂ ਹੋਣੀ, ਪਰ ਫਰਜ਼ ਤਾਂ ਇਹ ਬੰਦਾ ਸੀ ਕਿ ਜਿਹੜੇ ਗੁਰੂ ਦੇ ਵਜ਼ੀਰ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ, ਗ੍ਰੰਥੀ ਹੋਏ ਜਾਂ ਜਿਹੜੇ ਕਥਾਕਾਰ ਜਾਂ ਕੀਰਤਨੀ ਨੇ, ਉਹ ਇਹਨਾਂ ਮੁੱਦਿਆਂ ਨੂੰ ਉਠਾਉਂਦੇ ਐਟਲੀਸਟ, ਕਿਉਂਕਿ ਲੋਕਾਂ ਨੂੰ ਤਾਂ ਪਤਾ ਨਹੀਂ ਜਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਮਿਸਯੂਜ਼ ਕਰਨਾ ਹੈ। ਪਰ ਜਦੋਂ ਇਹ ਵਰਗ ਵੀ ਜਿਹੜਾ ਹੈਗਾ ਜਿਸ ਨੇ ਮਾਇਆ ਦੇ ਦਿੱਤੀ, ਉਸ ਨੂੰ ਤਾਂ ਗੁਰਮੁਖ ਬਣਾ ਦਿੱਤਾ, ਤੇ ਜਿਹੜਾ ਵਿਚਾਰਾ ਗਰੀਬ ਬੰਦਾ ਉਸ ਦੀ ਪੁੱਛਗਿੱਛ ਨਾ ਹੋਈ, ਤਾਂ ਇਹ ਕਿੱਥੋਂ ਕਿਸ ਪਾਸੇ ਨੂੰ ਧਰਮ ਜਾ ਰਿਹਾ? ਫਿਰ ਕਾਰਨ ਬਣਿਆ ਜੀ, ਕਾਰਨ ਬਣਿਆ ਪ੍ਰਬੰਧਕ ਹਾਕਮ, ਹਾਕਮ ਨਾਲ ਹੁਕਮ ਜੀ, ਤੇ ਹੁਕਮ ਨਾਲ ਹਉਮੈ। ਜਿਹੜਾ ਹਾਕਮ ਹੁੰਦਾ ਹੈ ਉਹਦੇ ਥੱਲੇ ਨੌਕਰੀ ਕਰਨ ਵਾਲੇ ਬੰਦੇ ਸਾਰੇ ਉਹਦੇ ਮਾਤਾਹਤ ਹੁੰਦੇ ਨੇ। ਰਾਈਟ, ਤੇ ਨੌਕਰੀ ਕਰਨ ਵਾਲੇ ਲਈ ਇਹ ਜ਼ਰੂਰੀ ਹੈ ਕਿ ਆਪਣੇ ਮਾਲਕ ਦਾ ਵਫਾਦਾਰ ਰਹੇ। ਜਿਸ ਦੀ ਉਹ ਨੌਕਰੀ ਕਰ ਰਿਹਾ, ਜਿਸ ਦੀ ਉਹ ਗੁਲਾਮੀ ਕਰ ਰਿਹਾ, ਜਿਸ ਦਾ ਦਿੱਤਾ ਖਾਵਣਾ ਤਿਸੇ ਕਹੀਏ ਸ਼ਾਬਾਸ਼। ਠੀਕ, ਉਹ ਇਸ ਕਰਕੇ ਉਹਨਾਂ ਲੋਕਾਂ ਨੇ ਆਪਣੀ ਜ਼ਮੀਰ ਗਿਰਵੀ ਹੀ ਰੱਖ ਦਿੱਤੀ, ਜਾਂ ਕਿ ਪੈਸੇ ਨਾ ਖਰੀਦ ਲਈ। ਠੀਕ, ਵੀ ਤੁਸੀਂ ਉਹ ਕਹਿਣਾ ਹੈ ਜੋ ਅਸੀਂ ਕਹਿਣਾ ਹੈ। ਰਾਈਟ, ਅਸੀਂ ਤੁਹਾਨੂੰ ਧਨ ਦਿੰਨੇ ਆ, ਸਾਡੇ ਕਿਹੜੇ ਬਾਪੂ ਦਾ ਹੈ, ਗੁਰੂ ਦਾ ਹੀ ਹੈ। ਅਸੀਂ ਤੁਹਾਨੂੰ ਧਨ ਦਿੰਨੇ ਆ, ਤੁਸੀਂ ਉਹ ਕਹੋ ਕਿ ਜੋ ਅਸੀਂ ਕਰਨ ਕਹਿੰਦੇ, ਤੇ ਜੇ ਨਹੀਂ ਕਹੋਗੇ ਤਾਂ ਜਾਓ, ਨਹੀਂ ਜਾਓ ਫਿਰ। ਬਿਲਕੁਲ, ਐਬਸੋਲੂਟਲੀ। ਕਾਰਨ ਨਹੀਂ ਬਣਿਆ ਕੋਈ। ਤੇ ਇੱਕ ਗੱਲ ਸੀ, ਜੇ ਉਹ ਇਹ ਸੋਚਦੇ, ਉਹਨਾਂ ਦਾ ਇਹ ਨਹੀਂ ਕਿ ਇੱਥੇ ਨਹੀਂ ਜ਼ਿੰਮੇਵਾਰੀ ਨਹੀਂ ਖਤਮ ਹੋ ਜਾਂਦੀ ਕਿ ਅਸੀਂ ਠੀਕ ਹੈ, ਅਸੀਂ ਪੇਟ ਦੀ ਪੂਰਤੀ ਅਸੀਂ ਤਨਖਾਹ ਲੈਂਦੇ ਆ, ਪਰ ਨਾਲ ਨਾਲ ਅਸੀਂ ਗੁਰੂ ਦੇ ਵੀ ਦੇਣਦਾਰ ਹਾਂ। ਰਾਈਟ, ਜਵਾਬਦੇ ਅਸੀਂ ਧਰਮ ਨੂੰ ਹੈ, ਜਵਾਬਦੇ ਅਸੀਂ ਇਸ ਸੰਸਥਾ ਨੂੰ ਹੈ, ਜਵਾਬਦੇ ਅਸੀਂ ਅਕਾਲ ਤਖਤ ਨੂੰ ਹੈ, ਜਵਾਬਦੇ ਅਸੀਂ ਹਰਿਮੰਦਰ ਸਾਹਿਬ ਜੀ ਦੀ ਸੋਚ ਨੂੰ ਹੈ, ਜਵਾਬਦੇ ਅਸੀਂ ਗੁਰਦੁਆਰੇ ਨੂੰ ਹੈ ਜਿਸ ਦਾ ਮੈਂ ਗ੍ਰੰਥੀ ਹਾਂ ਜੀ। ਤੇ ਮੈਨੂੰ ਗੁਰੂ ਦਾ ਜਵਾਬ ਦੇਣ ਵੀ ਹੋਣਾ ਚਾਹੀਦਾ ਹੈ। ਤੇ ਗੁਰੂ ਦੀ ਜਵਾਬਦੇਹੀ ਇਸ ਦੇ ਵਿੱਚ ਹੈ ਕਿ ਜੋ ਗੁਰੂ ਨੇ ਦਿੱਤਾ ਹੋਇਆ ਸਾਨੂੰ ਜੀਵਨ ਦਾ ਸਿਧਾਂਤ ਹੈ, ਮੈਂ ਉਸ ਦਾ ਪ੍ਰਚਾਰ ਪ੍ਰਸਾਰ ਹੀ ਨਹੀਂ ਕਰਨਾ, ਪਹਿਲੋਂ ਮੈਂ ਆਪਣੇ ਜੀਵਨ ਵਿੱਚ ਲਾਗੂ ਕਰਨਾ। ਐਬਸੋਲੂਟਲੀ। ਦੂਸਰੇ ਪਾਸੇ ਹੁਣ ਜਦੋਂ ਦਸਵੰਧ ਦੀ ਅਸੀਂ ਗੱਲ ਕਰਨੇ, ਉਹਦੇ 'ਚ ਆਮ ਤੌਰ 'ਤੇ ਸਾਡੇ ਸਿੱਖਾਂ ਦੀ ਹੁਣ ਇਹ ਸੋਚ ਹੋ ਗਈ ਕਿ ਗੁਰਦੁਆਰੇ ਜਾ ਕੇ ਅਸੀਂ ਲੰਗਰ ਕਰਾ ਦਿੱਤਾ, ਲੋਕਾਂ ਨੂੰ ਬੁਲਾ ਲਿਆ, ਜਾਂ ਅਸੀਂ ਗੁਰੂ ਦੇ ਅੱਗੇ ਮੱਥਾ ਟੇਕਤਾ ਤੇ ਅਸੀਂ ਆਪਣੀ ਦਸਵੰਧ ਕੱਢਤੀ। ਅਗੇਨ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਉਹ ਕਿੱਥੇ ਯੂਟਿਲਾਈਜ਼ ਹੋ ਰਿਹਾ, ਉਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਪਰ ਹੁਣ ਗੁਰੂ ਨੇ ਤਾਂ ਜਿਹੜਾ ਲੰਗਰ ਦਾ ਸਿਧਾਂਤ ਸ਼ੁਰੂ ਕੀਤਾ ਸੀ, ਉਸ ਦੇ ਪਿੱਛੇ ਕੁਝ ਹੋਰ ਮਕਸਦ ਸੀ। ਹੁਣ ਮੇਰੇ ਹੋਏ ਰੱਜੇ ਜਾ ਕੇ ਉੱਥੇ ਜਦੋਂ ਖਾਂਦੇ ਨੇ, ਫਿਰ ਅਸੀਂ ਗੱਲਾਂ ਕਰਨੇ ਕਿ ਜੀ ਇਹ ਸਵਾਦ ਨਹੀਂ, ਉਹ ਸਵਾਦ ਨਹੀਂ, ਜਦ ਕਿ ਇੱਥੇ ਹੀ ਇਸ ਮੁਲਕ 'ਚ ਅਤੇ ਵੈਂਕੂਵਰ ਵਿੱਚ ਹੀ ਕਈ ਹਜ਼ਾਰ ਲੋਕ ਜਿਹੜੇ ਨੇ ਉਹਨਾਂ ਨੂੰ ਸਹੀ ਰੋਟੀ ਨਹੀਂ ਮਿਲ ਰਹੀ। ਕੁਝ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਤਰ੍ਹਾਂ ਕੁਝ ਆਰਗੇਨਾਈਜੇਸ਼ਨਸ ਨੇ ਕੋਸ਼ਿਸ਼ ਕੀਤੀ ਆਪਣੇ ਸਿੱਖਾਂ ਦੀਆਂ ਨੇ ਕਿ ਉੱਥੇ ਜਾ ਕੇ ਗੁਰੂ ਨਾਨਕ ਫ੍ਰੀ ਕਿਚਨ ਇੱਕ ਐਸੀ ਸੰਸਥਾ ਹੈ ਕਿ ਉੱਥੇ ਜਾ ਕੇ ਉਹ ਕੋਸ਼ਿਸ਼ ਕਰਦੀ ਹੈ ਹਰ ਸੰਡੇ ਨੂੰ ਜਾ ਕੇ ਕੁਝ ਨਾ ਕੁਝ ਲੰਗਰ ਬਣਾ ਕੇ ਲੈ ਕੇ ਜਾਂਦੀ ਹੈ। ਲੇਕਿਨ ਜਿੰਨੀ ਸਾਡੇ ਵੱਡੇ ਲੈਵਲ 'ਤੇ ਹੋ ਸਕਦਾ ਸੀ, ਉਸ ਨੂੰ ਅਸੀਂ ਨਹੀਂ ਪ੍ਰਚਾਰਿਆ।
ਤੁਸੀਂ ਕੀ ਮਹਿਸੂਸ ਕਰਦੇ ਹੋ? ਦੁਨੀਆ ਭਰ ਵਿੱਚ ਜਾ ਰਹੇ ਹੈਗੇ ਹੋ, ਕੀ ਇਹ ਲੰਗਰ ਦੀ ਪ੍ਰਥਾ ਜਿਹੜੀ ਗੁਰੂ ਨੇ ਕੀਤੀ ਸੀ ਸ਼ੁਰੂ, ਕੀ ਉਸ ਦਾ ਮੁੱਖ ਆਬਜੈਕਟਿਵ ਪੂਰਾ ਹੋ ਰਿਹਾ? ਬਿਲਕੁਲ ਨਹੀਂ ਹੋ ਰਿਹਾ। ਸਤਿਗੁਰੂ ਜੀ ਨੇ ਲੰਗਰ ਜੇ ਬਣਾਉਣ ਦੇ ਦੋ ਕਾਰਨ ਸੀ ਜੀ। ਇੱਕ ਇਹ ਕਿ ਜਿਹੜਾ ਹੈਗਾ ਆ ਭੁੱਖਾ ਉਹ ਆਪਣੀ ਮਰਜ਼ੀ ਨਾਲ ਆ ਕੇ ਬਿਨਾਂ ਕਿਸੇ ਵਿਤਕਰੇ ਦੇ ਆ ਕੇ ਬੈਠ ਸਕੇ। ਦੂਸਰਾ, ਉਸ ਵਕਤ ਸਮਾਜ ਦੇ ਵਿੱਚ ਵਰਗ ਸੀ ਜਿਹਨੂੰ ਤੇ ਸ਼ੂਦਰ, ਖੱਤਰੀ, ਬ੍ਰਾਹਮਣ, ਵੇਸ਼, ਵੈਸ, ਇਹ ਸਾਰੇ ਸਨ। ਇਕੁਐਲਿਟੀ ਦਾ ਕਨਸੈਪਟ ਲਿਆਂਦਾ। ਹਾਂਜੀ। ਤੇ ਸਤਿਗੁਰੂ ਜੀ ਨੇ ਉਦੋਂ ਸ਼ੂਦਰ ਜਿਹੜਾ ਸੀ ਉਹਨਾਂ ਦੇ ਬਰਾਬਰ ਨਹੀਂ ਸੀ ਬੈਠ ਸਕਦਾ ਜੀ। ਸਤਿਗੁਰੂ ਨੇ ਕਹਿੰਦੇ ਨਹੀਂ, ਇਸ ਲੰਗਰ ਵਿੱਚ ਸਾਰੇ ਇੱਕ ਥਾਂ ਬੈਠਣਗੇ। ਰਾਈਟ। ਬਰਾਬਰਤਾ ਆਈ। ਅੱਜ ਸਾਡੇ ਬਹੁਤੇ ਲੰਗਰਾਂ ਵਿੱਚ ਜਿਹੜੇ ਇੱਕ ਵਿਸ਼ੇਸ਼ ਮਹਿਮਾਨ ਹੁੰਦੇ ਜਿਹਨੂੰ ਕਹਿੰਦੇ ਨੇ ਪਤਵੰਤੇ ਜੀ, ਪਤਵੰਤਿਆਂ ਲਈ ਲੰਗਰ ਵੱਖਰੇ ਹੁੰਦੇ ਨੇ ਤੇ ਆਮ ਲੋਕਾਂ ਲਈ ਵੱਖਰੇ ਹੁੰਦੇ ਨੇ। ਅਸੀਂ ਵੇਖੋ ਕਿੰਨੀ ਮਿਹਨਤ ਲੱਗਦਾ ਏ ਵੀ ਬੜੀ ਅਸੀਂ ਬੇਸ਼ਰਮੀ ਜੀ ਨਾਲ ਕਈ ਸ਼ਬਦਾਂ ਨੇ ਗੁਰੂ ਕਾ ਲੰਗਰ। ਰਾਈਟ। ਲੰਗਰ ਗੁਰੂ ਕਾ ਹੈ ਤੇ ਵਿਤਕਰਾ ਉੱਥੇ ਮਨੁੱਖ ਦਾ ਚੱਲ ਰਿਹਾ ਹੈ। ਰਾਈਟ। ਜਦਕਿ ਗੁਰੂ ਦੇ ਸਿਧਾਂਤ ਦੇ ਬਿਲਕੁਲ ਉਲਟ ਗੱਲ ਚੱਲ ਰਹੀ ਹੈ। ਹੁਕਮ ਮਨੁੱਖ ਦਾ ਚੱਲ ਰਿਹਾ ਹੈ, ਗੁਰੂ ਦਾ ਨਹੀਂ ਚੱਲ ਰਿਹਾ। ਰਾਈਟ। ਸੋ ਹੁਣ ਇਹ ਬਿਲਕੁਲ ਤੁਸੀਂ ਸਹੀ ਫਰਮਾਇਆ। ਹੁਣ ਕੀ ਕਰਨ ਦੀ ਕੀ ਲੋੜ ਹੈ? ਕਿਉਂਕਿ ਜਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਪੁਆਇੰਟਸ ਟੱਚ ਕੀਤੇ ਸੀ, ਮੈਂ ਚਾਹਾਂਗਾ ਜ਼ਰੂਰ ਇੱਥੇ ਅਸੀਂ ਫੋਕਸ ਕਰੀਏ ਜਿਹੜਾ ਸਮਾਂ ਬਚਦਾ ਹੈ, ਕਿ ਜਿੱਥੇ ਤੁਸੀਂ ਐਗਜ਼ਾਮਪਲਸ ਦਿੱਤੇ ਕਿ ਜਿਹਨੂੰ ਲੋੜਵੰਦ ਹਨ, ਕਿਉਂਕਿ ਬਹੁਤਾਤ ਲੋਕ ਜਿਹੜੇ ਪੰਜਾਬ ਤੋਂ ਇੱਥੇ ਆਏ, ਉੱਥੇ ਹਰ ਇੱਕ ਅਸੀਂ ਸੁਣ ਰਹੇ ਹਾਂ ਜੋ ਪੰਜਾਬ ਇਸ ਸਮੇਂ 5 ਦਰਿਆਵਾਂ ਦਾ ਨਸ਼ੇ ਨਾਲ ਭਰਿਆ ਪਿਆ, ਅਤੇ ਲੋਕ ਜਿਹੜੇ ਖਾਸ ਤੌਰ 'ਤੇ ਯੂਥ ਜਿਹੜਾ ਹੈ ਡਰੱਗਸ ਅਤੇ ਇੰਟੌਕਸੀਕੈਂਟਸ ਦੇ ਨਾਲ ਫਸ ਗਿਆ ਉਸ ਦੇ ਵਿੱਚ, ਜਾਂ ਜਿਹੜੇ ਪੜ੍ਹਾਈ ਦੀ ਗੱਲ ਅਸੀਂ ਕਰਨੇ, ਇਸ ਸਮੇਂ ਮਿਆਰ ਸਾਡਾ ਇੰਨਾ ਥੱਲੇ ਹੋ ਗਿਆ ਕਿ ਉਹ ਸਮਾਂ ਹੁੰਦਾ ਸੀ ਜਦੋਂ ਪੰਜਾਬ ਵਿੱਚੋਂ ਬੱਚੇ IAS IPS ਜਾਂ ਹੋਰ ਉੱਚ ਪਦਵੀਆਂ 'ਤੇ ਜਾਂਦੇ ਸੀ। ਅੱਜ ਸਾਨੂੰ ਪਿਛਲੇ 10 ਸਾਲਾਂ ਤੋਂ ਅਸੀਂ ਇੱਕ ਬੱਚਾ ਐਸਾ ਪ੍ਰੋਡਿਊਸ ਨਹੀਂ ਕਰ ਸਕੇ ਜਿਹੜਾ ਕੋਈ ਹਾਈ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਵਿੱਚ ਜਾ ਸਕੇ। ਇਹਨਾਂ ਪੱਖਾਂ ਤੋਂ ਤੁਸੀਂ ਕੀ ਕਹਿੰਦੇ ਹੋ? ਤੇ ਇੱਥੇ ਵੀ, ਕਿਉਂਕਿ ਇਹ ਮੁਲਕ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਸਾਡੀ ਹੁਣ ਮਾਤਰ ਭੂਮੀ ਹੈਗੀ, ਇੱਥੇ ਅਸੀਂ ਰਹਿੰਦੇ ਹਾਂ, ਅਸੀਂ ਦਸਵੰਧ ਕੱਢ ਕੇ ਕੋਈ ਬਾਬਾ ਆਇਆ ਉਸ ਨੂੰ ਦੇ ਦਿੱਤਾ ਤੇ ਸਮਝਿਆ ਸਾਡਾ ਕਾਰਜ ਹੋ ਗਿਆ, ਜਾਂ ਗੁਰਦੁਆਰੇ ਨੂੰ ਦੇ ਦਿੱਤਾ। ਪਰ ਇੱਥੇ ਵੀ ਬਹੁਤ ਕੁਝ ਹੋ ਸਕਦਾ ਹੈਗਾ। ਇੱਥੇ ਵੀ ਬੱਚੇ ਜਿਹੜੇ ਨੇ ਉਹ ਬਿਨਾਂ ਉਹਨਾਂ ਕੋਲ ਪੈਸੇ ਨਹੀਂ ਕਿ ਉਹ ਸਾਰੀਆਂ ਚੀਜ਼ਾਂ ਖਰੀਦ ਸਕਣ, ਜਾਂ ਇੱਥੇ ਫੂਡ ਬੈਂਕਸ ਹੈਗੇ ਨੇ ਜਿਹੜੇ ਕਿ ਸਪੋਰਟ ਕਰਦੇ ਨੇ, ਉਹਨਾਂ ਵਾਲੇ ਪਾਸੇ ਸਾਡਾ ਧਿਆਨ ਨਹੀਂ ਦੇ ਰਿਹਾ। ਕੀ ਤੁਸੀਂ ਕਹੋਗੇ ਕਿ ਕਿਸ ਤਰੀਕੇ ਨਾਲ ਇੱਕ ਸੋਚ ਡਿਵੈਲਪ ਕੀਤੀ ਜਾਏ? ਪਹਿਲਾਂ ਲਈ ਇੱਥੋਂ ਦੀ ਗੱਲ ਲੰਗਰ ਦੱਸ ਰਿਹਾ ਕਹਿੰਦਾ ਕਿ ਕੇਵਲ ਇੱਕ ਦਾਲ ਤੇ ਪ੍ਰਸ਼ਾਦਾ ਫੁਲਕਾ ਹੋਣਾ ਚਾਹੀਦਾ ਹੈ ਜੀ। ਬਾਕੀ ਜਿੰਨਾ ਪੈਸਾ ਅਸੀਂ ਜਸਟ ਲਾਈਕ ਕਈ ਵਾਰੀ ਤੇ ਜਿਹੜੇ ਆ ਰੈਸਟੋਰੈਂਟ ਸ਼ਰਮਾ ਜਾਂਦੇ ਨੇ ਲੰਗਰ ਸਾਡਾ ਵੇਖ ਕੇ, ਠੀਕ, ਉਹ ਮੈਨੂੰ ਇੱਥੋਂ ਲੈ ਕੇ ਜਾਂਦੇ ਨੇ, ਅਸੀਂ ਵੀ ਇਹ ਬਣਾਈਆਂ ਲੋਕਾਂ ਨੂੰ ਇਕੱਠੇ ਕਰਨ ਲਈ। ਉਹ ਸਾਰਾ ਪੈਸਾ ਜਿੰਨਾ ਬਚਦਾ ਹੈ ਉਸ ਪੈਸੇ ਨੂੰ ਲਾਇਆ ਜਾਵੇ। ਲੋੜ ਜਿਹੜੇ ਆਦਮੀ ਉੱਥੋਂ ਆ ਕੇ ਜਿਹਨਾਂ ਨੂੰ ਜੌਬ ਨਹੀਂ ਮਿਲ ਰਹੀ, ਉਹ ਫਖਰ ਨਾ ਕਹਿਣ ਸਾਡਾ ਗੁਰਦੁਆਰਾ ਜਾ ਕੇ ਉੱਥੋਂ ਬਿਨਾਂ ਔਰ ਉਸ ਗੁਰਦੁਆਰੇ ਦੀ ਤਰਾਸਦੀ ਹੈ ਕਿ ਜੇ ਕੋਈ ਆਦਮੀ ਲੋੜਵੰਦ 3 ਦਿਨ ਲੰਗਰ ਖਾਂਦਾ ਤੇ ਚੌਥੇ ਦਿਨ ਉਸ ਨੂੰ ਜ਼ਲੀਲ ਕਰਦੇ ਨੇ। ਰਾਈਟ। ਤੂੰ ਕਿਉਂ ਆ ਗਿਆ ਖਾਣ? ਇਹ ਤੇ ਸੰਗਤਾਂ ਲਈ ਹੈ ਤੇ ਉਹ ਸੰਗਤ ਦਾ ਹਿੱਸਾ ਨਹੀਂ, ਕਿਉਂਕਿ ਇਹ ਸੰਗਤ ਉਹ ਜਿਸ ਨੂੰ ਮੈਂ ਸੰਗਤ ਕਹਿੰਦਾ ਹੈ। ਰਾਈਟ। ਪ੍ਰਬੰਧਕ ਕਹਿੰਦਾ ਕਿ ਸੰਗਤ ਉਹ ਜਿਸ ਨੇ ਗੋਲਕ 'ਚ ਪੈਸੇ ਪਾਏ ਆ, ਮੇਰੀ ਤੇ ਸੰਗਤ ਉਹ ਹੈ। ਠੀਕ। ਤੂੰ ਤੇ ਗੋਲਕ 'ਚ ਪੈਸੇ ਪਾਉਂਦਾ ਹੀ ਨਹੀਂ ਤੇ ਤੂੰ ਲੰਗਰ ਕਿਵੇਂ ਖਾ ਲਿਆ? ਜੀ। ਇਹ ਪੈਸਾ ਉਹਨਾਂ ਨੂੰ ਲੰਗਰ ਦੇਣ ਤੱਕ ਪਹੁੰਚੇ, ਇਹ ਪੈਸਾ ਉਹਨਾਂ ਲਈ ਦਵਾਈਆਂ ਦਾ ਸਾਧਨ ਬਣੇ ਜਿਹੜੇ ਇੱਥੇ ਕੰਮ ਨੇ, ਇੱਥੇ ਲੋੜਵੰਦਾਂ ਦੀ ਮਦਦ ਕਰਨੀ। ਹਿੰਦੁਸਤਾਨ ਵਿੱਚ ਤੁਸੀਂ ਕਿਹਾ ਸੀ ਇਹਦਾ ਮੂਲ ਕਾਰਨ ਜਿਹੜੇ ਇਹ ਨਸ਼ੇ, ਡਰੱਗਸ, ਚੋਰੀਆਂ ਚਕਾਰੀਆਂ, ਬੇਰੁਜ਼ਗਾਰੀ ਦਾ ਕਾਰਨ ਬਣਿਆ। ਐਜੂਕੇਸ਼ਨ ਦਾ ਜੋ ਹੈ ਵਪਾਰੀਕਰਨ ਹੋ ਗਿਆ। ਰਾਈਟ। ਕੁਝ ਲੋਕਾਂ ਨੇ ਹਾਇਰ ਐਜੂਕੇਸ਼ਨ ਦੇ ਨਾਂ ਤੇ ਆਪਣੇ ਸੰਸਥਾਨ ਬਣਾਏ ਤੇ ਆਮ ਸਕੂਲਾਂ ਵਿੱਚੋਂ ਉਸ ਸਟੈਂਡਰਡ ਚਲੇ ਗਿਆ। ਠੀਕ। ਬੱਚਾ ਹੁਣ ਪੜ੍ਹਿਆ ਹੀ ਨਹੀਂ ਹੈ ਤੇ ਉਹਨੂੰ ਜੌਬ ਕਿੱਥੋਂ ਮਿਲੇ? ਜੌਬਾਂ ਬਿਲਕੁਲ। ਸੋ ਤੁਹਾਡਾ ਉਹ ਕਹਿੰਦਾ ਐਮਫਸਾਈਜ਼ ਤੁਸੀਂ ਇਹ ਕਰਦੇ ਹੈਗੇ ਹੋ ਕਿ ਜਿਹੜੇ ਵੀ ਤੁਸੀਂ ਮਾਇਆ ਦੇਣੀ ਹੈ, ਤੁਸੀਂ ਆਪ ਕਿਸੇ ਬੱਚੇ ਨੂੰ ਪੜ੍ਹਾ ਦਿਓ, ਕਿਸੇ ਬੱਚੀ ਦਾ ਵਿਆਹ ਕਰਾ ਦਿਓ, ਜਾਂ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਜਿਹੜੀ ਉਹ ਦਵਾ ਸਕਦੇ ਹੋ। ਇਹੀ ਸਭ ਤੋਂ ਵੱਡਾ ਗੁਰੂ ਦਾ ਦਸਵੰਧ ਜਿਹੜਾ ਤੁਸੀਂ ਕੱਢੋਗੇ ਉਹ ਸਹੀ ਪਾਸੇ ਜਾਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੱਲਾਂ ਤਾਂ ਬਹੁਤ ਕਰਨੀਆਂ ਪਰ ਸਮਾਂ ਨਹੀਂ ਅੱਗੇ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ ਜੀ, ਇਹ ਸਾਨੂੰ ਸੁਚੇਤ ਕਰ ਰਹੇ ਨੇ। ਜਿਹੜੀ ਇਹਨਾਂ ਨੇ ਗੱਲਾਂ ਕੀਤੀਆਂ ਇਹ ਬਿਲਕੁਲ ਸੱਚ ਹੈ, ਇਹ ਕੌੜਾ ਸੱਚ ਹੈ। ਇਹ ਸੁਣਨ ਲਈ ਸ਼ਾਇਦ ਅਸੀਂ ਤਿਆਰ ਵੀ ਨਹੀਂ ਹੋਵਾਂਗੇ, ਲੇਕਿਨ ਸਾਡਾ ਮੀਡੀਆ ਦਾ ਇਹ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਇਹ ਪ੍ਰੋਗਰਾਮਸ ਕਰੀਏ ਤਾਂ ਸਿਰਫ ਇਸ ਨੂੰ ਅਸੀਂ ਧੰਨ ਕਹਿਣ ਤੱਕ ਹੀ ਸੀਮਤ ਨਾ ਰਹਿ ਜਾਈਏ। ਜੋ ਹਕੀਕਤ ਹੈ, ਜੋ ਸਾਡੇ ਆਲੇ ਦੁਆਲੇ ਹੁੰਦਾ ਹੈ, ਉਸ ਨੂੰ ਤੁਹਾਡੇ ਲੈ ਕੇ ਸਾਹਮਣੇ ਆਈਏ। ਸੋ ਇਸ ਕਰਕੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਇਹਨਾਂ ਨੇ ਕਹਿ ਦਿੱਤਾ ਇਹ ਤਾਂ ਸਾਨੂੰ ਪਤਾ ਹੈ, ਪਰ ਹੁਣ ਅਸੀਂ ਅੱਗੇ ਕੀ ਕਰਨਾ ਹੈ? ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਆਪ ਅਸੀਂ ਕੋਸ਼ਿਸ਼ ਕਰੀਏ, ਆਪ ਸ਼ੁਰੂਆਤ ਕਰੀਏ, ਬਲਕਿ ਕੋਸ਼ਿਸ਼ ਨਹੀਂ ਸ਼ੁਰੂਆਤ ਕਰੀਏ ਕਿ ਅਸੀਂ ਜੋ ਕੁਝ ਵੀ ਆਪਣੀ ਨੇਕ ਕਮਾਈ, ਪਹਿਲੀ ਗੱਲ ਤਾਂ ਨੇਕ ਕਮਾਈ ਤੇ ਇਹਨਾਂ ਨੇ ਸਟ੍ਰੈਸ ਕੀਤਾ ਕਿ ਜੋ ਵੀ ਅਸੀਂ ਮਾਇਆ ਕਮਾਉਂਦੇ ਹਾਂ ਕਿ ਉਹ ਸੋਚੀਏ ਕਿਸੇ ਦਾ ਹੱਕ ਤਾਂ ਨਹੀਂ ਮਾਰ ਰਹੇ, ਕਿਸੇ ਨਾਲ ਅਸੀਂ ਕੋਈ ਹੇਰਾ ਫੇਰੀ ਤਾਂ ਨਹੀਂ ਕਰ ਰਹੇ। ਜੇਕਰ ਇਹ ਨੇਕ ਕਮਾਈ ਹੈ ਤਾਂ ਉਸ ਵਿੱਚੋਂ ਦਸਵੰਧ ਉੱਥੇ ਲਾਈਏ ਜਿੱਥੇ ਕਿ ਵਾਕਿਆ ਵਿੱਚ ਹੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਜਿਹੜਾ ਸਿਧਾਂਤ ਸਾਨੂੰ ਮਿਲਿਆ ਉਹ ਪੂਰਾ ਹੋ ਰਿਹਾ ਹੋਵੇ।
ਆਵਾਜ਼ ਕਰਦੇ ਹਾਂ ਕਿ ਜ਼ਰੂਰ ਅਸੀਂ ਇਸ ਚੀਜ਼ ਨੂੰ ਸੋਚਾਂਗੇ, ਵਿਚਾਰਾਂਗੇ ਤੇ ਇਸ ਉੱਤੇ ਕੁਝ ਨਾ ਕੁਝ ਆਪਣੇ ਲੈਵਲ ਤੇ ਜ਼ਰੂਰ ਕਰਾਂਗੇ ਤੇ ਗੁਰਦੁਆਰਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਲਈ ਉਹਨਾਂ ਨੂੰ ਵੀ ਅਕਾਊਂਟੇਬਲ ਬਣਾਈਏ। ਇਹ ਨਾ ਹੋਏ ਕਿ ਅੱਖਾਂ ਮੀਚ ਕੇ ਕਿ ਉਹ ਮੇਰਾ ਰਿਸ਼ਤੇਦਾਰ ਹੈ ਜਾਂ ਮੇਰਾ ਜਾਣ ਪਛਾਣ ਵਾਲਾ ਹੈ, ਅਸੀਂ ਚੁੱਪ ਕਰ ਜਾਈਏ ਅਤੇ ਜਦੋਂ ਕੋਈ ਰੇਡੀਓ ਟਾਕ ਸ਼ੋਜ਼ ਹੋਣ ਜਾਂ ਅਖਬਾਰਾਂ 'ਚ ਸਿਰਫ ਅਸੀਂ ਕਹਿਣ ਤੱਕ ਹੀ ਸੀਮਤ ਰਹਿ ਜਾਈਏ। ਸੋ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਉਸ ਦੇ ਨਾਲ ਹੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ ਕਿ ਹੁਣ ਵਿਜ਼ਨ ਟੀਵੀ ਦੇ ਉੱਤੇ ਵੀ ਪੈਸੀਫਿਕ ਸਟੈਂਡਰਡ ਟਾਈਮ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਤੁਹਾਡੇ ਨਾਲ ਕੰਟੈਂਸ਼ੀਅਸ ਇਸ਼ੂਜ਼ ਦੇ ਉੱਤੇ ਲਿਆ ਕੇ ਵੱਖਰੇ ਵੱਖਰੇ ਪਰਸਪੈਕਟਿਵਸ ਲੈ ਕੇ ਹਾਜ਼ਰ ਹੁੰਦੇ ਆ। ਇਸ ਵਾਸਤੇ ਵੀ ਤੁਸੀਂ ਜ਼ਰੂਰ ਆਪਣੀ ਫੀਡਬੈਕ ਦਿਆ ਕਰੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ ਤੇ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreet singh show ਤੇ ਜਾ ਕੇ ਵੀ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।